ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਟੀਨਾ ਹੈ। ਅਸੀਂ ਦੋ ਭੈਣ ਭਰਾ ਹਾਂ। ਮੈਂ ਪੜ੍ਹਾਈ ਵਿੱਚ ਘੱਟ ਹੀ ਹੁਸ਼ਿਆਰ ਸੀ, ਇਸ ਕਰਕੇ ਘਰਦਿਆਂ ਨੇ ਮੈਨੂੰ ਅੱਗੇ ਪੜ੍ਹਾਉਣ ਨਹੀਂ ਲਗਾਇਆ। ਮੈਂ +2 ਤੱਕ ਹੀ ਪੜ੍ਹਾਈ ਕੀਤੀ ਹੈ, ਪਰ ਮੇਰਾ ਭਰਾ ਮੇਰੇ ਨਾਲੋਂ ਵੱਡਾ ਹੈ। ਉਹ ਕਾਲਜ ਵਿੱਚ ਪੜ੍ਹਦਾ ਹੈ। ਮੈਂ +2 ਕਰਕੇ ਹੁਣ ਘਰ ਦੇ ਵਿੱਚ ਹੀ ਹੁੰਦੀ ਹਾਂ। ਮੈਂ ਘਰ ਦੇ ਵਿੱਚ ਮੰਮੀ ਨਾਲ ਕੰਮ ਵਿੱਚ ਹੱਥ ਵਟਾਉਂਦੀ ਹਾਂ। ਮੇਰਾ ਭਰਾ ਮੈਨੂੰ ਬਹੁਤ ਜ਼ੋਰ ਲਗਾਉਂਦਾ ਹੈ ਕਿ ਤੂੰ ਕਾਲਜ ਵਿੱਚ ਪੜ੍ਹਨ ਲੱਗ ਜਾ, ਪਰ ਮੈਨੂੰ ਪੜ੍ਹਾਈ ਵਿੱਚ ਘੱਟ ਹੀ ਇੰਟਰਸਟ ਸੀ। ਇਸ ਦੇ ਕਰਕੇ ਮੈਂ +2 ਤੋਂ ਅੱਗੇ ਪੜ੍ਹਨ ਨਾ ਲੱਗੀ। ਘਰ ਦੇ ਕਹਿੰਦੇ ਰਹਿੰਦੇ ਸੀ ਕਿ ਇਹਦਾ ਵਿਆਹ ਕਰ ਦਿੰਦੇ ਆ, ਪਰ ਕੋਈ ਚੰਗਾ ਜਿਹਾ ਰਿਸ਼ਤਾ ਵੀ ਨਹੀਂ ਮਿਲਦਾ ਸੀ, ਕਿਉਂਕਿ ਮੇਰੇ ਘਰ ਦੇ ਜ਼ਮੀਨ ਜ਼ਿਆਦਾ ਭਾਲਦੇ ਸੀ। ਮੁੰਡਾ ਚਾਹੇ ਘੱਟ ਹੀ ਪੜ੍ਹਿਆ ਹੋਵੇ, ਕਿਉਂਕਿ ਮੈਂ ਆਪ ਵੀ +2 ਤੱਕ ਹੀ ਪੜ੍ਹੀ ਸੀ। ਇਸ ਕਰਕੇ ਜ਼ਿਆਦਾ ਪੜ੍ਹੇ ਲਿਖੇ ਮੁੰਡੇ ਦੀ ਡਿਮਾਂਡ ਨਹੀਂ ਸੀ। ਇੱਕ ਦਿਨ ਮੇਰੇ ਭਰਾ ਦਾ ਦੋਸਤ ਸਾਡੇ ਘਰ ਆਇਆ। ਇਸ ਤਰ੍ਹਾਂ ਦੀਆਂ ਗੱਲਾਂ ਚੱਲ ਪਈਆਂ ਤੇ ਕਿ ਭੈਣੇ ਤੂੰ ਅੱਗੇ ਪੜ੍ਹਨ ਨਹੀਂ ਲੱਗੀ। ਤਾਂ ਮੈਂ ਉਹਨੂੰ ਦੱਸਿਆ ਕਿ ਮੈਂ ਪੜ੍ਹਾਈ ਵਿੱਚ ਘੱਟ ਇੰਟਰਸਟ ਰੱਖਦੀ ਹਾਂ। ਤੇ ਡੈਡੀ ਕਹਿਣ ਲੱਗ ਪਏ ਕਿ ਹੁਣ ਇਹਦਾ ਵਿਆਹ ਕਰ ਦੇਣਾ, ਕੋਈ ਚੰਗਾ ਜਿਹਾ ਮੁੰਡਾ ਮਿਲ ਜਾਵੇ ਜ਼ਮੀਨ ਜਾਇਦਾਦ ਵਾਲਾ। ਤਾਂ ਉਹ ਪੁੱਛਣ ਲੱਗ ਪਿਆ ਕਿ ਤੁਸੀਂ ਕਿੰਨੀ ਜ਼ਮੀਨ ਭਾਲਦੇ ਹੋ। ਤਾਂ ਡੈਡੀ ਕਹਿਣ ਲੱਗੇ 10 ਕਿੱਲੇ ਜ਼ਮੀਨ ਤਾਂ ਵੇਖਾਂਗੇ ਹੀ। ਤਾਂ ਉਹ ਇੱਕ ਰਿਸ਼ਤੇ ਦੀ ਦੱਸ ਪਾਉਣ ਲੱਗਾ ਕਿ ਮੇਰੀ ਮਾਸੀ ਦਾ ਮੁੰਡਾ, ਉਹਨੂੰ 12 ਕਿੱਲੇ ਜ਼ਮੀਨ ਆਉਂਦੀ ਆ, ਉਹ ਵੀ ਘਰੇਲੂ ਕੁੜੀ ਲੱਭਦੇ ਆ। ਮੈਂ ਉਹਨਾਂ ਦੇ ਨਾਲ ਗੱਲ ਕਰਕੇ ਵੇਖਾਂਗਾ ਤੇ ਫਿਰ ਤੁਹਾਨੂੰ ਦੱਸਾਂਗਾ। ਡੈਡੀ ਕਹਿਣ ਲੱਗੇ ਤੂੰ ਇਸ ਗੱਲ ਦੀ ਗੌਰ ਜ਼ਰੂਰ ਕਰੀਂ। ਉਹ ਮੁੰਡਾ ਕਹਿਣ ਲੱਗਾ ਕਿ ਫੈਮਿਲੀ ਬਹੁਤ ਵਧੀਆ ਤੇ ਮੁੰਡਾ ਵੀ ਚੰਗਾ ਹੈ, ਸਾਰਾ ਕੰਮ ਮੁੰਡਾ ਆਪ ਹੀ ਸੰਭਾਲਦਾ ਹੈ। ਮੇਰੇ ਮਾਸੜ ਦੇ ਤਾਂ ਗੋਡੇ ਦੁਖਦੇ ਆ, ਇਸ ਕਰਕੇ ਉਹਦੇ ਕੋਲੋਂ ਕੰਮ ਹੁੰਦਾ ਹੀ ਨਹੀਂ, ਸਾਰਾ ਕੰਮ ਮੁੰਡਾ ਆਪ ਹੀ ਕਰਦਾ ਹੈ। ਅਗਲੇ ਹੀ ਦਿਨ ਮੇਰੇ ਭਰਾ ਨੇ ਦੋਸਤ ਨੇ ਆ ਕੇ ਫਿਰ ਸਾਡੇ ਘਰ ਰਿਸ਼ਤੇ ਬਾਰੇ ਗੱਲ ਕੀਤੀ ਤੇ ਦੱਸਿਆ ਕਿ ਉਹਨਾਂ ਨੂੰ ਮੈਂ ਤੁਹਾਡੇ ਬਾਰੇ ਦੱਸਿਆ ਸੀ। ਤੇ ਉਹ ਕਹਿਣ ਲੱਗੇ ਕਿ ਤੂੰ ਗੱਲ ਤੋਰ ਲੈ, ਅਸੀਂ ਘਰੇਲੂ ਕੁੜੀ ਹੀ ਲੱਭਦੇ ਹਾਂ, ਸਾਨੂੰ ਜ਼ਿਆਦਾ ਪੜ੍ਹੀ ਲਿਖੀ ਕੁੜੀ ਨਹੀਂ ਚਾਹੀਦੀ। ਇਸੇ ਤਰ੍ਹਾਂ ਹੀ ਮੇਰੀ ਦਿਖਾਈ ਹੋ ਗਈ। ਮੇਰੇ ਘਰਦਿਆਂ ਨੂੰ ਉਹਨਾਂ ਦਾ ਘਰ-ਬਾਰ ਪਸੰਦ ਆ ਗਿਆ ਸੀ, ਕਿਉਂਕਿ ਜ਼ਮੀਨ ਵੀ ਕਾਫੀ ਖੁੱਲੀ ਸੀ। ਮੁੰਡੇ ਦੇ ਘਰ ਮੁੰਡੇ ਦੀ ਇੱਕ ਭੈਣ ਕੁਆਰੀ ਸੀ ਤੇ ਮੁੰਡੇ ਦੀ ਮੰਮੀ ਡੈਡੀ ਸੀ। ਮੁੰਡੇ ਦਾ ਨਾਮ ਗੋਪੀ ਸੀ। ਗੋਪੀ ਨੂੰ ਵੇਖਣ ਤਾਂ ਠੀਕ ਠਾਕ ਸੀ, ਉਹਦਾ ਕੱਦ ਵੀ ਉੱਚਾ ਲੰਮਾ ਸੀ, ਪਰ ਰੰਗ ਦਾ ਸਾਂਵਲਾ ਸੀ ਤੇ ਮੈਂ ਰੰਗ ਦੀ ਕਾਫੀ ਗੋਰੀ ਸੀ। ਮੈਨੂੰ ਤਾਂ ਉਹਨਾਂ ਨੇ ਪਹਿਲੀ ਵਾਰ ਵੇਖਣ ਸਾਰ ਹੀ ਪਸੰਦ ਕਰ ਲਿਆ ਸੀ। ਫਿਰ ਮੈਨੂੰ ਥੋੜਾ ਲੱਗਦਾ ਸੀ ਕਿ ਇਹ ਰੰਗ ਦਾ ਪੱਕਾ, ਪਰ ਡੈਡੀ ਕਹਿੰਦੇ ਕਿ ਹੁਣ ਸਾਰਾ ਕੁਝ ਨਹੀਂ ਮਿਲਦਾ ਹੁੰਦਾ, ਮੁੰਡਾ ਬਣਦਾ ਤੰਦਾ ਚੰਗਾ, ਸਿਰਫ ਰੰਗ ਹੀ ਪੱਕਾ ਹੈ, ਨਾਲੇ ਕੰਮਕਾਰ ਵਧੀਆ ਕਰਦਾ ਹੈ ਤੇ ਹੋਰ ਕੀ ਚਾਹੀਦਾ ਹੈ। ਨਾਲੇ ਜੱਟਾਂ ਦੇ ਮੁੰਡੇ ਤਾਂ ਇਦਾਂ ਦੇ ਹੀ ਹੁੰਦੇ ਆ। ਫਿਰ ਮੈਨੂੰ ਵੀ ਇਦਾਂ ਹੀ ਹੋ ਗਿਆ ਕਿ ਡੈਡੀ ਠੀਕ ਹੀ ਕਹਿ ਰਹੇ ਆ। ਸਾਡਾ ਰਿਸ਼ਤਾ ਪੱਕਾ ਹੋ ਗਿਆ ਤੇ ਸਾਡਾ ਵਿਆਹ ਵੀ ਜਲਦੀ ਹੀ ਕਰ ਦਿੱਤਾ ਗਿਆ। ਸਾਨੂੰ ਫੋਨ ਤੇ ਗੱਲ ਕਰਨ ਦਾ ਮੌਕਾ ਘੱਟ ਹੀ ਮਿਲਿਆ। ਜਿੰਨੇ ਕੁ ਦਿਨ ਵਿਆਹ ਵਿੱਚ ਗੈਪ ਸੀ, ਉਹਨੇ ਕੁ ਦਿਨ ਵੀ ਮਸਾਂ ਹੀ ਕਿਤੇ ਗੱਲ ਹੁੰਦੀ ਸੀ। ਗੋਪੀ ਮੈਨੂੰ ਘੱਟ ਹੀ ਫੋਨ ਕਰਦਾ ਸੀ, ਉਹ ਸੰਗਦਾ ਰਹਿੰਦਾ ਸੀ। ਫਿਰ ਮੈਂ ਵੀ ਉਹਨੂੰ ਕਦੀ ਜ਼ਿਆਦਾ ਫੋਰਸ ਨਾ ਕੀਤਾ। ਇਦਾਂ ਹੀ ਸਾਡਾ ਵਿਆਹ ਹੋ ਗਿਆ। ਮੇਰੇ ਵਿਆਹ ਨੂੰ ਅਜੇ 1 ਮਹੀਨਾ ਹੀ ਹੋਇਆ ਸੀ ਕਿ ਮੇਰੀ ਨਨਾਣ ਮੈਨੂੰ ਤੰਗ ਕਰਨ ਲੱਗ ਪਈ ਤੇ ਮੇਰੀ ਸੱਸ ਮੇਰੀ ਨਨਾਣ ਦੀ ਹੀ ਗੱਲ ਸੁਣਦੀ ਸੀ। ਦੋਵੇਂ ਜਾਣੀਆਂ ਰਲ ਕੇ ਮੈਨੂੰ ਤਾਨੇ ਮਾਰਦੀਆਂ ਰਹਿੰਦੀਆਂ ਸੀ ਕਿ ਮੇਰੇ ਡੈਡੀ ਨੇ ਦਾਜ ਵਿੱਚ ਕੁਝ ਨਹੀਂ ਦਿੱਤਾ ਸੀ, ਉਹਨਾਂ ਨੇ ਕੈਸ਼ ਵੀ ਝੋਲੀ ਪਾਇਆ ਸੀ ਤੇ ਮੈਨੂੰ ਦਾਜ ਵਿੱਚ ਹੋਰ ਸਮਾਨ ਤੋਂ ਇਲਾਵਾ ਏਸੀ ਵੀ ਦਿੱਤਾ ਸੀ। ਜਦੋਂ ਵੀ ਵਿਆਹ ਕੇ ਆ ਗਈ ਸੀ ਤਾਂ ਮੈਂ ਇੱਕ ਅਜੀਬ ਜਿਹੀ ਗੱਲ ਉਹਨਾਂ ਦੇ ਘਰ ਵੇਖੀ ਕਿ ਉਹਨਾਂ ਨੇ ਏਸੀ ਸਾਡੇ ਕਮਰੇ ਵਿੱਚ ਨਹੀਂ ਬਲਕਿ ਆਪਣੇ ਕਮਰੇ ਵਿੱਚ ਲਾਇਆ ਹੋਇਆ ਸੀ। ਮੈਂ ਗੋਪੀ ਨੂੰ ਇਸ ਬਾਰੇ ਪੁੱਛਿਆ ਤਾਂ ਗੋਪੀ ਮੈਨੂੰ ਕਹਿਣ ਲੱਗਾ ਕਿ ਮੰਮੀ ਬਿਮਾਰ ਰਹਿੰਦੀ ਆ, ਉਹਨੂੰ ਏਸੀ ਦੀ ਜ਼ਿਆਦਾ ਲੋੜ ਹੈ, ਇਸ ਕਰਕੇ ਉਹਨਾਂ ਨੇ ਆਪਣੇ ਕਮਰੇ ਵਿੱਚ ਲਗਾ ਲਿਆ। ਕੋਈ ਗੱਲ ਨਹੀਂ, ਆਪਾਂ ਹੋਰ ਲਿਆ ਕੇ ਲਗਾ ਲਵਾਂਗਾ, ਪਰ ਜਿਹੜੀ ਚੀਜ਼ ਮੈਨੂੰ ਮਿਲੀ ਸੀ ਉਹਦੇ ਤੇ ਸਿਰਫ ਮੇਰਾ ਹੀ ਹੱਕ ਹੈ। ਮੈਂ ਗੋਪੀ ਨੂੰ ਕਿਹਾ ਜੇ ਹੋਰ ਹੀ ਲੈ ਕੇ ਆਉਣਾ ਸੀ ਤਾਂ ਜਿਹੜਾ ਹੋਰ ਲੈ ਕੇ ਆਉਣਾ ਸੀ ਉਹਨਾਂ ਦੇ ਕਮਰੇ ਵਿੱਚ ਉਹ ਲਗਾ ਦਿੰਦੇ, ਪਰ ਆਪਣੇ ਕਮਰੇ ਵਿੱਚ ਤਾਂ ਮੇਰਾ ਹੀ ਏਸੀ ਚਾਹੀਦਾ ਸੀ। ਤਾਂ ਗੋਪੀ ਮੈਨੂੰ ਕਹਿਣ ਲੱਗਿਆ ਕੀ ਫਰਕ ਪੈਂਦਾ, ਜਿਹੜਾ ਏਸੀ ਜਿੱਧਰ ਮਰਜ਼ੀ ਹੋਇਆ, ਪਰ ਮੈਨੂੰ ਇਸ ਚੀਜ਼ ਨਾਲ ਫਰਕ ਪੈਂਦਾ ਸੀ, ਕਿਉਂਕਿ ਗੱਲ ਏਸੀ ਦੀ ਨਹੀਂ ਸੀ। ਗੱਲ ਇਹ ਸੀ ਕਿ ਮੇਰੀ ਵੀ ਚਾਵਾਂ ਰੀਝਾਂ ਸੀ ਕਿ ਮੈਂ ਆਪਣੇ ਕਮਰੇ ਨੂੰ ਸਜਾਵਾਂ, ਪਰ ਗਰਮੀਆਂ ਦਾ ਮਹੀਨਾ ਸੀ, ਮੇਰੇ ਕਮਰੇ ਵਿੱਚ ਤਾਂ ਏਸੀ ਹੀ ਨਹੀਂ ਸੀ, ਅਸੀਂ ਗਰਮੀ ਵਿੱਚ ਸੌਂਦੇ ਸੀ। ਇੱਕ ਦਿਨ ਮੈਂ ਇਸ ਬਾਰੇ ਮੰਮੀ ਨਾਲ ਗੱਲ ਕੀਤੀ ਤਾਂ ਮੇਰੇ ਮੰਮੀ ਮੈਨੂੰ ਕਹਿਣ ਲੱਗੀ ਤੂੰ ਆਪਣੀ ਸੱਸ ਨੂੰ ਕਹਿ ਕੇ ਆਪਣੇ ਕਮਰੇ ਵਿੱਚ ਏਸੀ ਲਗਵਾ, ਕਿਉਂਕਿ ਏਸੀ ਮੈਂ ਸਪੈਸ਼ਲ ਆਪਣੇ ਡੈਡੀ ਨੂੰ ਫਰਮਾਇਸ਼ ਪਵਾ ਕੇ ਲਿਆ ਸੀ ਕਿ ਡੈਡੀ ਹੋਰ ਚਾਹੇ ਕੋਈ ਚੀਜ਼ ਨਾ ਦਿਓ, ਪਰ ਮੈਨੂੰ ਏਸੀ ਜ਼ਰੂਰ ਦੇਣਾ ਚਾਹੀਦਾ। ਹੁਣ ਮੇਰੇ ਵਿੱਚ ਆਪਣੀ ਸੱਸ ਨੂੰ ਇਹ ਗੱਲ ਕਹਿਣ ਦੀ ਹਿੰਮਤ ਨਹੀਂ ਹੋ ਰਹੀ ਸੀ, ਕਿਉਂਕਿ ਮੇਰੀ ਸੱਸ ਮਾੜੀ ਮਾੜੀ ਜਿਹੀ ਗੱਲ ਤੇ ਮੈਨੂੰ ਟੋਕਦੀ ਰਹਿੰਦੀ ਸੀ ਤੇ ਮੇਰੇ ਨਾਲ ਲੜਦੀ ਵੀ ਰਹਿੰਦੀ ਸੀ। ਇਸ ਕਰਕੇ ਮੈਨੂੰ ਉਹਦੇ ਕੋਲੋਂ ਡਰ ਵੀ ਲੱਗਦਾ ਸੀ। ਪਰ ਇੱਕ ਦਿਨ ਮੈਂ ਹਿੰਮਤ ਜਿਹੀ ਕਰਕੇ ਉਹਨਾਂ ਨੂੰ ਕਹਿ ਦਿੱਤਾ ਕਿ ਏਸੀ ਵਾਲੇ ਨੂੰ ਬੁਲਾ ਕੇ ਏਸੀ ਸਾਡੇ ਕਮਰੇ ਵਿੱਚ ਲਗਾ ਦਿਓ, ਸਾਨੂੰ ਬਹੁਤ ਗਰਮੀ ਲੱਗਦੀ ਹੈ। ਇਹ ਗੱਲ ਮੇਰੀ ਨਨਾਣ ਦੇ ਕੰਨ ਦੇ ਵਿੱਚ ਪੈ ਗਈ।
ਉਹ ਤਾਂ ਉਦੋਂ ਹੀ ਬੋਲਣ ਲੱਗ ਪਈ ਤੇ ਮੇਰੀ ਸੱਸ ਨੂੰ ਕਹਿਣ ਲੱਗੀ, ਮੰਮੀ ਇਹ ਦੇਖ ਲਾ ਕਿੰਨੀ ਚਲਾਕ ਹੈ, 1 ਮਿੰਟ ਵਿੱਚ ਆਪਣੀ ਚੀਜ਼ ਮੰਗ ਲਈ ਹੈ। ਤੇ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਆਪਣੇ ਰੂਮ ਵਿੱਚ ਹੋਰ ਏਸੀ ਲਗਵਾ ਲਓ। ਹੁਣ ਗਰਮੀ ਦਾ ਮੌਸਮ ਹੈ, ਗਰਮੀ ਤਾਂ ਹਰੇਕ ਨੂੰ ਲੱਗਦੀ ਹੈ, ਪਰ ਇਸ ਗੱਲ ਪਿੱਛੇ ਸਾਡੇ ਘਰ ਵਿੱਚ ਬਹੁਤ ਕਲੇਸ਼ ਪਿਆ। ਮੇਰੀ ਸੱਸ ਨੇ ਗੋਪੀ ਨੂੰ ਛੇਤੀ ਦੇਣੇ ਇਹ ਗੱਲ ਦੱਸ ਦਿੱਤੀ ਤੇ ਗੋਪੀ ਵੀ ਮੇਰੇ ਨਾਲ ਲੜਨ ਲੱਗ ਪਿਆ ਕਿ ਮੈਂ ਤੈਨੂੰ ਕਿਹਾ ਸੀ ਆਪਾਂ ਆਪਣੇ ਕਮਰੇ ਵਿੱਚ ਹੋਰ ਏਸੀ ਲਗਵਾ ਲਵਾਂਗੇ, ਪਰ ਤੂੰ ਨਾ ਹਟੇ, ਤੂੰ ਘਰ ਵਿੱਚ ਕਲੇਸ਼ ਪਵਾ ਕੇ ਹੀ ਹਟੇ। ਸਾਰਾ ਟੱਬਰ ਮੇਰੇ ਹੀ ਪਿੱਛੇ ਪੈ ਗਿਆ। ਇਸ ਗੱਲ ਪਿੱਛੇ ਇਹਨਾਂ ਨੇ ਮੇਰਾ ਘਰ ਦੇ ਵੀ ਬੁਲਾ ਲਏ ਤੇ ਮੇਰੇ ਘਰ ਦੇ ਵੀ ਉਹਨਾਂ ਦੀਆਂ ਹੀ ਮਿੰਨਤਾਂ ਤਰਲੇ ਕਰਨ ਲੱਗ ਪਏ। ਮੇਰੀ ਸੱਸ ਵਾਰ-ਵਾਰ ਡੈਡੀ ਨੂੰ ਕਹਿ ਰਹੀ ਸੀ ਕਿ ਇਹਨੂੰ ਇੱਥੋਂ ਲੈ ਜਾਓ, ਇਹ ਤਾਂ ਸਾਡੀ ਇੱਜ਼ਤ ਕਰਨੀ ਨਹੀਂ ਜਾਣਦੀ, ਇਹਨੂੰ ਤਾਂ ਚੀਜ਼ਾਂ ਨਾਲ ਪਿਆਰ ਆ। ਮੇਰੇ ਡੈਡੀ ਮੈਨੂੰ ਕਹਿਣ ਲੱਗੇ, ਚੱਲ ਪੁੱਤ ਕੋਈ ਨਾ, ਮੈਂ ਤੇਰੇ ਕਮਰੇ ਵਿੱਚ ਹੋਰ ਏਸੀ ਲਗਵਾ ਦਿੰਦਾ, ਪਰ ਤੂੰ ਹੁਣ ਉਹਨਾਂ ਨੂੰ ਇਹ ਗੱਲ ਕਦੇ ਵੀ ਨਾ ਕਹੀਂ। ਮੈਂ ਡੈਡੀ ਨੂੰ ਕਿਹਾ, ਆਪਣੇ ਕਿਹੜੇ ਪੈਸੇ ਵਾਧੂ ਆਏ ਨੇ, ਉਹਨਾਂ ਕੋਲ ਵੀ ਤਾਂ ਸਭ ਕੁਝ ਹੈ, ਕੋਈ ਗੱਲ ਨਹੀਂ, ਗੋਪੀ ਆਪੇ ਲਗਵਾ ਲਊਗਾ। ਪਰ ਡੈਡੀ ਨਾ ਹਟਿਆ। ਉਹਨਾਂ ਨੇ ਅਗਲੇ ਦਿਨ ਹੀ ਸਾਡੇ ਕਮਰੇ ਦੇ ਵਿੱਚ ਏਸੀ ਲਗਵਾ ਦਿੱਤਾ। ਪਰ ਇਸ ਗੱਲ ਦੀ ਮੇਰੇ ਸਹੁਰਿਆਂ ਨੂੰ ਕੋਈ ਸ਼ਰਮ ਨਾ ਆਈ। ਉਹਨਾਂ ਨੇ ਇੱਕ ਵਾਰ ਵੀ ਮੇਰੇ ਡੈਡੀ ਨੂੰ ਨਹੀਂ ਕਿਹਾ, ਅਸੀਂ ਆਪਣੇ ਆਪ ਹੀ ਏਸੀ ਲਗਾ ਲਵਾਂਗੇ, ਤੁਸੀਂ ਰਹਿਣ ਦਿਓ। ਜਦੋਂ ਸਾਰੀ ਫੈਮਿਲੀ ਬੈਠੀ ਸੀ ਤਾਂ ਗੋਪੀ ਨੇ ਕਹਿ ਦਿੱਤਾ ਕਿ ਤੂੰ ਡੈਡੀ ਨੂੰ ਕਹਿ ਦੇਣਾ ਸੀ ਕਿ ਅਸੀਂ ਆਪ ਹੀ ਲਗਵਾ ਲੈਣਾ ਸੀ, ਉਹਨਾਂ ਨੇ ਕਿਉਂ ਖੇਚਲ ਕੀਤੀ। ਤਾਂ ਮੇਰੀ ਸੱਸ ਕਹਿਣ ਲੱਗੀ, ਕੋਈ ਗੱਲ ਨਹੀਂ, ਮਾਂ ਪਿਓ ਧੀਆਂ ਨੂੰ ਬਹੁਤ ਕੁਝ ਦਿੰਦੇ ਆ, ਪਰ ਕੀ ਹੋਇਆ ਜੇ ਏਸੀ ਲਗਵਾ ਦਿੱਤਾ, ਇਹ ਕੋਈ ਵੱਡੀ ਗੱਲ ਨਹੀਂ ਆ। ਮੈਨੂੰ ਇਸ ਗੱਲ ਤੇ ਬਹੁਤ ਗੁੱਸਾ ਆਇਆ, ਕਿਉਂਕਿ ਏਸੀ ਕਿਹੜਾ 10 ਰੁਪਏ ਦਾ ਸੀ ਜੋ ਮੇਰੀ ਸੱਸ ਨੇ ਇਦਾਂ ਕਹਿ ਦਿੱਤਾ। ਇਸੇ ਤਰ੍ਹਾਂ ਹੀ ਸਾਡੇ ਘਰ ਵਿੱਚ ਬਹੁਤ ਕਲੇਸ਼ ਹੁੰਦਾ ਰਹਿੰਦਾ ਸੀ, ਕਿਉਂਕਿ ਮੇਰੇ ਸਹੁਰਿਆਂ ਨੂੰ ਚੀਜ਼ਾਂ ਦਾ ਬਹੁਤ ਲਾਲਚ ਪੈ ਗਿਆ ਸੀ। ਜਦੋਂ ਦਾ ਮੇਰਾ ਡੈਡੀ ਦੂਜਾ ਏਸੀ ਦੇ ਕੇ ਗਿਆ, ਉਸ ਤੋਂ ਬਾਅਦ ਮੇਰੇ ਸਹੁਰਿਆਂ ਦਾ ਲਾਲਚ ਕਾਫੀ ਵੱਧ ਗਿਆ ਸੀ। ਬੇਸ਼ੱਕ ਮੇਰਾ ਘਰ ਵਾਲਾ ਚੀਜ਼ਾਂ ਨਹੀਂ ਮੰਗਦਾ ਸੀ, ਪਰ ਉਹ ਆਪਣੇ ਘਰਦਿਆਂ ਨੂੰ ਨਹੀਂ ਰੋਕਦਾ ਸੀ। ਉਹ ਉਹਨਾਂ ਤੋਂ ਡਰਦਾ ਰਹਿੰਦਾ ਸੀ। ਘਰਦਿਆਂ ਦੇ ਕਰਕੇ ਮੇਰੀ ਤੇ ਗੋਪੀ ਦੀ ਵੀ ਲੜਾਈ ਹੋ ਜਾਂਦੀ ਸੀ। ਮੇਰੀ ਨਨਾਣ ਆਪਣੀ ਮਾਂ ਨੂੰ ਬਹੁਤ ਚੱਕਾਂ ਦਿੰਦੀ ਰਹਿੰਦੀ ਸੀ। ਮੇਰੀ ਸੱਸ ਵੀ ਘੱਟ ਨਹੀਂ ਸੀ। ਇੱਕ ਦਿਨ ਮੈਂ ਆਪਣੀ ਸੱਸ ਨੂੰ ਕਹਿ ਕੇ ਕਿ ਆਪਣੀ ਕੁੜੀ ਨੇ ਕੱਲ ਨੂੰ ਦੂਜੇ ਘਰ ਜਾਣਾ ਹੈ, ਤਾਂ ਆਪਾਂ ਨੂੰ ਇਹਨੂੰ ਵੀ ਥੋੜਾ ਮੋਟਾ ਕੰਮ ਲਾਉਣਾ ਚਾਹੀਦਾ ਹੈ। ਘਰ ਦੇ ਸਾਰੇ ਕੰਮ ਮੈਂ ਆਪ ਹੀ ਕਰਦੀ ਸੀ। ਇੰਨੀ ਗੱਲ ਕਹਿਣ ਦੀ ਦੇਰ ਸੀ ਕਿ ਮੇਰੀ ਸੱਸ ਤਾਂ ਭੜਕ ਉੱਠੀ ਕਿ ਤੂੰ ਆਪ ਕੰਮ ਕਰਨ ਦੀ ਮਾਰੀ ਕਹਿੰਦੀ ਐ। ਮੈਂ ਉਹਨੂੰ ਕਿੰਨਾ ਵੀ ਸਮਝਾਉਣ ਦੀ ਕੋਸ਼ਿਸ਼ ਕਰਦੀ, ਪਰ ਉਹ ਹਰ ਗੱਲ ਨੂੰ ਉਲਟ ਹੀ ਲੈ ਕੇ ਜਾਂਦੀ। ਇਸ ਕਰਕੇ ਮੇਰੀ ਉਹਨਾਂ ਨੂੰ ਕੋਈ ਗੱਲ ਕਹਿਣ ਨੂੰ ਦਿਲ ਨਹੀਂ ਸੀ ਕਰਦਾ। ਉਹ ਨਾ ਤਾਂ ਆਪ ਸ਼ਾਂਤੀ ਨਾਲ ਰਹਿੰਦੀ ਸੀ ਅਤੇ ਨਾ ਹੀ ਮੈਨੂੰ ਰਹਿਣ ਦਿੰਦੀ ਸੀ। ਅਤੇ ਉਹ ਜਿਹਾ ਮੇਰਾ ਘਰ ਵਾਲਾ ਗੋਪੀ ਸੀ, ਜੋ ਆਪਣੀ ਮਾਂ ਦੀ ਹਰ ਗੱਲ ਦੇ ਪਿੱਛੇ ਲੱਗ ਕੇ ਮੇਰੇ ਨਾਲ ਲੜਨ ਲੱਗ ਜਾਂਦਾ ਸੀ। ਕਈ ਵਾਰ ਤਾਂ ਉਹ ਮੈਨੂੰ ਕਹਿ ਦਿੰਦਾ ਸੀ ਕਿ ਔਰਤਾਂ ਨੂੰ ਪੈਰ ਦੀ ਜੁੱਤੀ ਬਣਾ ਕੇ ਰੱਖਣਾ ਚਾਹੀਦਾ ਹੈ। ਮੈਂ ਉਹਦੀਆਂ ਗੱਲਾਂ ਸੁਣ ਕੇ ਹੈਰਾਨ ਰਹਿ ਜਾਂਦੀ ਸੀ ਕਿ ਉਹ ਅੱਜ ਕੱਲ੍ਹ ਦਾ ਮੁੰਡਾ ਹੋ ਕੇ ਆਪਣੀ ਮਾਂ ਵਾਂਗ ਪੁਰਾਣੀ ਸੋਚ ਰੱਖਦਾ ਹੈ। ਪਰ ਮੇਰੀ ਸੱਸ ਆਪ ਤਾਂ ਮੇਰੇ ਸਹੁਰੇ ਤੇ ਉੱਤੇ ਦੀ ਪਾਈ ਹੋਈ ਸੀ। ਮੇਰੇ ਸਹੁਰੇ ਦੀ ਕੀ ਹਿੰਮਤ ਸੀ ਕਿ ਉਹਦੇ ਅੱਗੇ ਬੋਲ ਜਾਂਦਾ, ਪਰ ਜੇ ਨੂੰਹ ਆ ਗਈ ਤਾਂ ਉਹਨੂੰ ਦਬਾ ਕੇ ਰੱਖੋ। ਇਹ ਸਿੱਖਿਆ ਉਹ ਗੋਪੀ ਨੂੰ ਦਿੰਦੀ ਸੀ। ਗੋਪੀ ਆਪਣੇ ਘਰਦਿਆਂ ਤੋਂ ਬਹੁਤ ਡਰਦਾ ਸੀ। ਇਸੇ ਤਰ੍ਹਾਂ ਹੀ ਸਾਡਾ ਟਾਈਮ ਲੰਘਦਾ ਜਾ ਰਿਹਾ ਸੀ। ਕਦੇ-ਕਦੇ ਤਾਂ ਮੈਂ ਬਹੁਤ ਰੋਂਦੀ ਸੀ, ਮੈਂ ਬਹੁਤ ਪਛਤਾਉਂਦੀ ਸੀ ਕਿਉਂ ਵਿਆਹ ਕਰਵਾਇਆ, ਕਿਉਂਕਿ ਮੈਨੂੰ ਫੈਮਿਲੀ ਨਹੀਂ ਵਧੀਆ ਮਿਲੀ ਸੀ। ਫੈਮਿਲੀ ਦਾ ਗੱਲ ਛੱਡੋ, ਮੈਨੂੰ ਤਾਂ ਘਰ ਵਾਲਾ ਵੀ ਲਾਈ ਲੱਗ ਮਿਲਿਆ ਜੋ ਆਪਣੀ ਸੋਚ ਨਹੀਂ ਬਲਕਿ ਆਪਣੇ ਘਰਦਿਆਂ ਦੀ ਸੋਚ ਤੇ ਚੱਲਦਾ ਸੀ। ਜਦੋਂ ਮੈਂ ਆਪਣੇ ਪੇਕੇ ਰਹਿਣ ਜਾਂਦੀ ਸੀ ਤਾਂ ਮੇਰੀ ਸੱਸ ਪਿੱਛੇ 2 ਦਿਨਾਂ ਬਾਅਦ ਹੀ ਫੋਨ ਕਰ ਦਿੰਦੀ ਸੀ ਕਿ ਮੈਂ ਬਿਮਾਰ ਹੋ ਗਈ ਹਾਂ। ਉਹ ਆਪ ਕੰਮ ਕਰਨ ਦੀਆਂ ਮਾਰੀਆਂ ਇਦਾਂ ਨਖਰੇ ਕਰਦੀਆਂ ਰਹਿੰਦੀਆਂ ਸੀ। ਤੇ ਜਦੋਂ ਗੋਪੀ ਨੂੰ ਕਹਿ ਦਿੰਦੀ ਸੀ ਕਿ ਹਰ ਵਾਰ ਬਿਮਾਰ ਹੋ ਜਾਂਦੀ ਹੈ, ਤੇ ਗੋਪੀ ਮੇਰੇ ਨਾਲ ਲੜਨ ਲੱਗ ਪੈਂਦਾ ਕਿ ਤੂੰ ਮੇਰੀ ਮਾਂ ਤੇ ਇਲਜ਼ਾਮ ਲਗਾਉਣੀ ਆ ਕਿ ਉਹ ਬਹਾਨੇ ਮਾਰਦੀ ਆ। ਉਹਨਾਂ ਦੇ ਕਰਕੇ ਸਾਡੇ ਵਿੱਚ ਲੜਾਈ ਹੋ ਜਾਂਦੀ ਸੀ। ਮੈਂ ਬੜਾ ਤੰਗ ਆ ਗਈ ਸੀ ਕਿ ਕਈ ਵਾਰ ਮੈਂ ਸੋਚਦੀ ਸੀ ਕਿ ਇਸ ਘਰ ਵਿੱਚ ਨਹੀਂ ਰਹਿਣਾ, ਮੈਂ ਤਲਾਕ ਲੈ ਲੈਣਾ ਹੈ। ਪਰ ਫਿਰ ਮੈਂ ਆਪਣੇ ਮਾਪਿਆਂ ਬਾਰੇ ਸੋਚ ਕੇ ਚੁੱਪ ਕਰ ਜਾਂਦੀ ਸੀ। ਮੈਨੂੰ ਇਹ ਸੀ ਕਿ ਸਿਰਫ ਗੋਪੀ ਹੀ ਮੈਨੂੰ ਸਮਝ ਲਵੇ, ਫਿਰ ਵੀ ਮੈਂ ਆਪਣੀ ਜ਼ਿੰਦਗੀ ਇਸ ਘਰ ਵਿੱਚ ਕੱਟ ਲੂੰ। ਪਰ ਉਹ ਤਾਂ ਬਿਲਕੁਲ ਹੀ ਡਲ ਦਿਮਾਗ ਦਾ ਸੀ। ਇਸੇ ਤਰ੍ਹਾਂ ਹੀ ਮੈਂ ਔਖਾ ਸੌਖਾ ਟਾਈਮ ਕੱਢ ਰਹੀ ਸੀ। ਇੱਕ ਦਿਨ ਸਾਡੇ ਘਰੇ ਇੰਨੀ ਲੜਾਈ ਹੋਈ ਕਿ ਮੇਰੇ ਘਰ ਵਾਲੇ ਨੇ ਮੇਰੇ ਤੇ ਹੱਥ ਚੱਕ ਲਿਆ ਤੇ ਮੈਨੂੰ ਡੰਡੇ ਨਾਲ ਬਹੁਤ ਕੁੱਟਿਆ। ਉਸ ਦਿਨ ਜਿਸ ਗੱਲ ਪਿੱਛੇ ਲੜਾਈ ਹੋਈ ਸੀ, ਉਹ ਮੇਰੀ ਸੱਸ ਨੇ ਝੂਠ ਬੋਲਿਆ ਸੀ। ਗੋਪੀ ਖੇਤ ਗਿਆ ਹੋਇਆ ਸੀ ਤੇ ਮੇਰੀ ਸੱਸ ਬਹੁਤ ਬਿਮਾਰ ਹੋ ਗਈ ਸੀ ਤੇ ਉਹ ਸਵੇਰ ਦੀ ਪਈ ਹੋਈ ਸੀ। ਤੇ ਉਹ ਗੋਪੀ ਨੂੰ ਆਏ ਨੂੰ ਕਹਿਣ ਲੱਗੀ ਕਿ ਇਹਨੇ ਤਾਂ ਮੈਨੂੰ ਰੋਟੀ ਚਾਹ ਕੁਝ ਵੀ ਨਹੀਂ ਦਿੱਤਾ। ਪਰ ਮੈਂ ਉਹਨੂੰ ਪੁੱਛਿਆ ਸੀ, ਉਦੋਂ ਉਹਨੇ ਜਾਣ-ਬੁੱਝ ਕੇ ਮਨਾ ਕਰ ਦਿੱਤਾ। ਤੇ ਮੈਂ ਗੋਪੀ ਨੂੰ ਦੱਸਿਆ ਕਿ ਮੰਮੀ ਝੂਠ ਬੋਲ ਰਹੀ ਹੈ, ਪਰ ਉਹਨੂੰ ਮੇਰੇ ਤੇ ਯਕੀਨ ਨਹੀਂ ਸੀ। ਉਹਨੂੰ ਤਾਂ ਆਪਣੀ ਮਾਂ ਤੇ ਹੀ ਯਕੀਨ ਸੀ।
ਇਸ ਕਰਕੇ ਸਾਡੇ ਵਿੱਚ ਬਹਿਸ ਹੋ ਗਈ ਤੇ ਗੋਪੀ ਨੇ ਮੈਨੂੰ ਡੰਡੇ ਨਾਲ ਕੁੱਟਿਆ। ਹੈਰਾਨੀ ਦੀ ਗੱਲ ਇਹ ਸੀ ਕਿ ਜਦੋਂ ਗੋਪੀ ਮੈਨੂੰ ਕੁੱਟ ਰਿਹਾ ਸੀ ਤਾਂ ਮੇਰੇ ਨਾਨ ਜਾਂ ਮੇਰੀ ਸੱਸ ਨੇ ਬਿਲਕੁਲ ਵੀ ਨਹੀਂ ਛਡਾਇਆ, ਬਸ ਕੱਲਾ ਮੇਰਾ ਸਹੁਰਾ ਛਡਾ ਰਿਹਾ ਸੀ। ਇਸੇ ਤਰ੍ਹਾਂ ਹੀ ਫੋਨ ਕਰਕੇ ਮੈਂ ਆਪਣੇ ਮੰਮੀ ਡੈਡੀ ਨੂੰ ਬੁਲਾ ਲਿਆ ਤੇ ਉਹ ਮੈਨੂੰ ਆ ਕੇ ਲੈ ਗਏ ਤੇ ਡੈਡੀ ਨੇ ਮੈਨੂੰ ਨਾਲ ਲੈ ਕੇ ਜਾਂਦੇ ਹੋਏ ਨੇ ਇਹ ਗੱਲ ਕਹਿ ਦਿੱਤੀ ਕਿ ਹੁਣ ਸਾਡੀ ਕੁੜੀ ਇਸ ਘਰ ਵਿੱਚ ਇਦਾਂ ਨਹੀਂ ਆਏਗੀ, ਹੁਣ ਇੱਕ ਪਾਸਾ ਹੋ ਕੇ ਹੀ ਰਹੂਗਾ। ਤਾਂ ਗੋਪੀ ਬਿਲਕੁਲ ਵੀ ਨਹੀਂ ਡਰ ਰਿਹਾ ਸੀ ਤੇ ਨਾ ਹੀ ਉਹਨੂੰ ਕੋਈ ਸੰਗ ਸ਼ਰਮ ਸੀ ਤੇ ਉਹ ਮੇਰੇ ਡੈਡੀ ਨੂੰ ਕਹਿੰਦਾ ਜੋ ਕਰਨਾ ਕਰ ਲਵੋ, ਉਹਨੂੰ ਆਪਣੇ ਕੀਤੇ ਤੇ ਕੋਈ ਪਛਤਾਵਾ ਨਹੀਂ ਸੀ। ਤੇ ਡੈਡੀ ਨੇ ਫੈਸਲਾ ਕਰ ਲਿਆ ਕਿ ਹੁਣ ਅਸੀਂ ਆਪਣੀ ਕੁੜੀ ਨੂੰ ਉੱਥੇ ਨਹੀਂ ਤੋਰਨਾ, ਕਿਉਂਕਿ ਡੈਡੀ ਨੇ ਆਪਣੀ ਅੱਖੀਂ ਇਹ ਸਭ ਕੁਝ ਵੇਖ ਲਿਆ ਸੀ। ਇਸੇ ਤਰ੍ਹਾਂ ਹੀ ਹੁਣ ਮੈਂ ਆਪਣੇ ਪੇਕੇ ਆ ਗਈ ਸੀ। ਉੱਥੇ ਡੈਡੀ ਨੇ ਮੇਰੇ ਵਿਚੋਲੇ ਮੇਰੇ ਭਰਾ ਦਾ ਦੋਸਤ ਸੀ, ਉਹਨੂੰ ਵੀ ਬੁਲਾਇਆ ਤੇ ਉਹਨੂੰ ਵੀ ਸਾਰੀ ਗੱਲ ਦੱਸੀ। ਉਹ ਵੀ ਬੜਾ ਸ਼ਰਮਿੰਦਾ ਸੀ। ਉਹਨੇ ਵੀ ਕਈ ਵਾਰ ਮੇਰੇ ਸਹੁਰਿਆਂ ਨੂੰ ਸਮਝਾਇਆ ਸੀ, ਕਿਉਂਕਿ ਮੇਰੀ ਸੱਸ ਉਹਦੀ ਮਾਸੀ ਲੱਗਦੀ ਸੀ, ਪਰ ਉਹ ਕਿੱਥੇ ਸਮਝਣ ਵਾਲਾ ਸੀ। ਇੱਕ ਦੋ ਵਾਰ ਮੇਰਾ ਸਹੁਰਾ ਮੈਨੂੰ ਲੈਣ ਇੱਥੇ ਆਇਆ, ਪਰ ਮੈਂ ਉਹਨਾਂ ਨੂੰ ਕਹਿ ਦਿੱਤਾ ਸੀ ਕਿ ਮੈਂ ਉਸ ਘਰ ਵਿੱਚ ਵਾਪਸ ਆਉਣਾ, ਕਿਉਂਕਿ ਜਿਹਦੇ ਕਰਕੇ ਉਸ ਘਰ ਵਿੱਚ ਰਹਿਣਾ ਸੀ ਉਹਨੂੰ ਤਾਂ ਆਪਣੀ ਗਲਤੀ ਦਾ ਬਿਲਕੁਲ ਵੀ ਅਹਿਸਾਸ ਨਹੀਂ ਹੈ। ਉਹਨੇ ਤਾਂ ਮੈਨੂੰ ਜਾਨਵਰਾਂ ਵਾਂਗ ਕੁੱਟਿਆ ਹੈ ਤੇ ਮੇਰਾ ਤਾਂ ਉਸ ਘਰ ਵੱਲ ਮੂੰਹ ਤੱਕਣ ਕਰਨ ਨੂੰ ਦਿਲ ਨਹੀਂ ਕਰਦਾ ਸੀ। ਜਾਣਨਾ ਤਾਂ ਬਹੁਤ ਦੂਰ ਦੀ ਗੱਲ ਸੀ। ਇਸੇ ਤਰ੍ਹਾਂ ਹੀ ਮੈਨੂੰ 2 ਮਹੀਨੇ ਹੋ ਗਏ ਸੀ ਆਪਣੇ ਘਰੇ ਬੈਠੀ ਨੂੰ ਤੇ ਮੈਂ ਗੋਪੀ ਤੋਂ ਤਲਾਕ ਲੈਣ ਦਾ ਫੈਸਲਾ ਕਰ ਲਿਆ ਸੀ। ਜਦੋਂ ਗੋਪੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਮੈਨੂੰ ਵਾਪਸ ਲੈਣ ਆਇਆ, ਪਰ ਮੈਂ ਜਾਣ ਤੋਂ ਮਨਾ ਕਰ ਦਿੱਤਾ, ਕਿਉਂਕਿ ਮੈਨੂੰ ਪਤਾ ਸੀ ਕਿ ਉਹ ਸੱਦਣ ਵਾਲਾ ਨਹੀਂ ਹੈ। ਉਹਨੇ ਮੇਰੀਆਂ ਕਾਫੀ ਮਿੰਨਤਾਂ ਕੀਤੀਆਂ ਤੇ ਅੱਗੇ ਤੋਂ ਇਦਾਂ ਨਹੀਂ ਹੋਏਗਾ ਤੇ ਵਾਰ-ਵਾਰ ਉਹ ਮੈਨੂੰ ਕਹਿ ਰਿਹਾ ਸੀ ਕਿ ਤੂੰ ਵੀ ਮੇਰੇ ਘਰਦਿਆਂ ਦੀ ਇੱਜ਼ਤ ਕਰਿਆ ਕਰ। ਮਤਲਬ ਅੱਜ ਵੀ ਉਹਨੂੰ ਕਿਤੇ ਨਾ ਕਿਤੇ ਮੇਰੀ ਹੀ ਗਲਤੀ ਲੱਗ ਰਹੀ ਹੈ। ਇਸ ਕਰਕੇ ਮੈਂ ਫੈਸਲਾ ਕਰ ਲਿਆ ਸੀ ਕਿ ਮੈਂ ਹੁਣ ਇਸ ਇਨਸਾਨ ਨਾਲ ਨਹੀਂ ਰਹਿਣਾ, ਕਿਉਂਕਿ ਅੱਜ ਵੀ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਨਹੀਂ ਸੀ। ਉਹਨੂੰ ਚੰਗਾ ਭਲਾ ਪਤਾ ਸੀ ਕਿ ਉਸਦੀ ਮਾਂ ਤੇ ਭੈਣ ਕਿਹੋ ਜਿਹੀਆਂ ਨੇ ਤੇ ਜਾਣ-ਬੁੱਝ ਕੇ ਮੈਨੂੰ ਤੰਗ ਕਰਦੀਆਂ ਨੇ। ਫਿਰ ਵੀ ਉਹਨੇ ਕਦੇ ਵੀ ਮੇਰੀ ਗੱਲ ਤੇ ਯਕੀਨ ਨਹੀਂ ਕੀਤਾ। ਹੁਣ ਸਾਡਾ ਤਲਾਕ ਕੇਸ ਕੋਰਟ ਵਿੱਚ ਚੱਲ ਰਿਹਾ ਸੀ ਅਤੇ ਜੱਜ ਨੇ ਸਾਨੂੰ 6 ਮਹੀਨਿਆਂ ਦਾ ਟਾਈਮ ਦਿੱਤਾ ਸੀ ਕਿ 6 ਮਹੀਨਿਆਂ ਤੋਂ ਬਾਅਦ ਸਾਡਾ ਤਲਾਕ ਹੋਏਗਾ। ਹੋ ਸਕਦਾ 6 ਮਹੀਨਿਆਂ ਦੇ ਵਿੱਚ ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਜਾਵੇ ਤੇ ਤੁਸੀਂ ਇਕੱਠੇ ਹੋ ਜਾਵੋ। ਇਸੇ ਤਰ੍ਹਾਂ ਹੀ ਮੈਂ ਹੁਣ ਘਰ ਹੀ ਹੁੰਦੀ ਸੀ। ਇੱਕ ਦਿਨ ਮੈਂ ਘਰ ਬੈਠੀ ਸੀ ਤੇ ਬੈਠੀ ਮੈਂ ਟਾਈਮ ਪਾਸ ਕਰਨ ਲਈ ਫੋਨ ਤੇ ਨੈਟ ਚਲਾ ਕੇ ਵੀਡੀਓ ਵੇਖ ਰਹੀ ਸੀ। ਮੈਂ ਵੇਖਿਆ ਕਿ ਇੱਕ ਮੁੰਡੇ ਨੇ ਆਪਣੀ ਪ੍ਰੋਫਾਈਲ ਤੇ ਲਿਖਿਆ ਹੋਇਆ ਸੀ ਕਿ ਮੇਰੀ ਘਰਵਾਲੀ ਮੈਨੂੰ ਛੱਡ ਕੇ ਚਲੀ ਗਈ ਹੈ ਤੇ ਮੈਨੂੰ ਇਸ ਗੱਲ ਦਾ ਬਹੁਤ ਪਛਤਾਵਾ। ਮੈਂ ਉਸ ਨੂੰ ਵਾਪਸ ਲੈ ਕੇ ਆਉਣਾ ਚਾਹੁੰਦਾ ਹਾਂ, ਪਰ ਹੁਣ ਉਹ ਮੈਨੂੰ ਮਾਫ ਨਹੀਂ ਕਰ ਰਹੀ ਤੇ ਹੁਣ ਮੈਨੂੰ ਲੱਗਦਾ ਸਾਡਾ ਤਲਾਕ ਹੋ ਜਾਣਾ। ਜਦੋਂ ਮੈਂ ਉਹਦੀ ਪ੍ਰੋਫਾਈਲ ਖੋਲ ਕੇ ਵੇਖੀ ਤਾਂ ਉਸਨੇ ਆਪਣੇ ਫੋਟੋ ਨਹੀਂ ਲਗਾਈ ਸੀ ਤੇ ਉਸਨੇ ਆਪਣਾ ਨਾਮ ਵੀ ਸਿਰਫ ਸਿੰਘ ਲਿਖਿਆ ਹੋਇਆ ਸੀ। ਮੈਨੂੰ ਉਹਦੀ ਸਟੋਰੀ ਸੁਣ ਕੇ ਇੰਟਰਸਟ ਜਿਹਾ ਆਇਆ, ਕਿਉਂਕਿ ਮੇਰੇ ਨਾਲ ਵੀ ਇਹੀ ਕੁਝ ਬੀਤਿਆ ਹੋਇਆ ਸੀ। ਮੇਰੇ ਤੋਂ ਰਿਹਾ ਨਹੀਂ ਗਿਆ। ਮੈਂ ਉਹਨੂੰ ਮੈਸੇਜ ਕਰ ਲਿਆ ਤੇ ਉਹ ਵੀ ਮੈਨੂੰ ਅੱਗੋਂ ਮੈਸੇਜ ਕਰਨ ਲੱਗ ਪਿਆ। ਮੈਂ ਉਹਦੀ ਲਾਈਫ ਬਾਰੇ ਸਾਰਾ ਕੁਝ ਪੁੱਛਿਆ ਤੇ ਉਹਨੇ ਮੈਨੂੰ ਆਪਣੇ ਬਾਰੇ ਸਾਰਾ ਕੁਝ ਦੱਸਿਆ ਕਿ ਮੈਂ ਆਪਣੀ ਘਰਵਾਲੀ ਦੀ ਗੱਲ ਕਦੇ ਨਹੀਂ ਸੁਣੀ ਸੀ। ਮੈਂ ਹਮੇਸ਼ਾ ਆਪਣੇ ਘਰਦਿਆਂ ਨੂੰ ਹੀ ਸਭ ਕੁਝ ਸਮਝਿਆ, ਪਰ ਹੁਣ ਮੈਨੂੰ ਲੱਗਦਾ ਹੈ ਕਿ ਮੈਨੂੰ ਉਹਦੀ ਵੀ ਗੱਲ ਸੁਣਨੀ ਚਾਹੀਦੀ ਸੀ। ਕੀ ਫਰਕ ਪੈਂਦਾ ਸੀ ਜੇ ਕੋਈ 2 ਗੱਲਾਂ ਉਹਦੇ ਨਾਲ ਸ਼ੇਅਰ ਕਰ ਲਿਆ ਕਰਦਾ, ਕਿਉਂਕਿ ਹੁਣ ਮੈਂ ਉਹਨੂੰ ਬਹੁਤ ਮਿਸ ਕਰ ਰਿਹਾ ਹਾਂ, ਪਰ ਉਹ ਹੁਣ ਮੈਨੂੰ ਮਾਫ ਨਹੀਂ ਕਰ ਰਹੀ ਤੇ ਹੁਣ ਮੈਂ ਉਹਨੂੰ ਫੋਰਸ ਵੀ ਨਹੀਂ ਕਰਨਾ ਚਾਹੁੰਦਾ। ਇਸੇ ਤਰ੍ਹਾਂ ਹੀ ਮੈਂ ਵੀ ਉਹਨੂੰ ਦੱਸਿਆ ਕਿ ਮੇਰਾ ਵੀ ਤਲਾਕ ਦਾ ਕੇਸ ਚੱਲਦਾ ਹੈ, ਬਸ ਥੋੜੇ ਹੀ ਮਹੀਨਿਆਂ ਤੱਕ ਮੇਰਾ ਤਲਾਕ ਹੋ ਜਾਣਾ। ਇਸੇ ਤਰ੍ਹਾਂ ਅਸੀਂ ਇੱਕ ਦੂਜੇ ਨੂੰ ਰੋਜ਼ ਮੈਸੇਜ ਕਰਦੇ ਰਹਿੰਦੇ। ਉੱਧਰ ਮੇਰਾ ਘਰ ਵਾਲਾ ਵੀ ਮੈਨੂੰ ਮੈਸੇਜ ਕਰਦਾ ਰਹਿੰਦਾ ਕਿ ਪਲੀਜ਼ ਮੇਰੇ ਨਾਲ ਗੱਲ ਕਰ ਲੈ, ਮੈਨੂੰ ਮਾਫ ਕਰ ਦੇ, ਪਰ ਮੈਂ ਉਹਨੂੰ ਚੱਕ ਕੇ ਬਲੌਕ ਕਰ ਦਿੱਤਾ, ਕਿਉਂਕਿ ਜਿਸ ਟਾਈਮ ਉਹਨੂੰ ਮੈਨੂੰ ਸਮਝਣਾ ਚਾਹੀਦਾ ਉਸ ਟਾਈਮ ਨੇ ਤਾਂ ਨਹੀਂ ਸਮਝਿਆ। ਹੁਣ ਮੈਨੂੰ ਉਹਦੇ ਤੇ ਕੋਈ ਯਕੀਨ ਨਹੀਂ ਸੀ, ਇਸ ਕਰਕੇ ਮੈਂ ਉਹਨੂੰ ਸਾਰੇ ਪਾਸਿਓਂ ਬਲੌਕ ਕਰ ਦਿੱਤਾ ਤਾਂ ਕਿ ਉਹ ਮੈਨੂੰ ਫੋਨ ਹੀ ਨਾ ਕਰ ਸਕੇ। ਉਸ ਮੁੰਡੇ ਨਾਲ ਮੈਂ ਰੋਜ਼ ਗੱਲ ਕਰਦੀ, ਉਹ ਵੀ ਮੈਨੂੰ ਮੈਸੇਜ ਕਰਦਾ ਰਹਿੰਦਾ ਤੇ ਡੇਲੀ ਮੇਰਾ ਹਾਲ ਚਾਲ ਪੁੱਛਦਾ ਰਹਿੰਦਾ। ਤੇ ਇੱਕ ਦਿਨ ਮੈਂ ਉਹਨੂੰ ਹੱਸਣ ਲੱਗ ਪਈ ਕਿ ਤੂੰ ਇੰਨਾ ਹਾਲ ਮੇਰਾ ਪੁੱਛਦਾ ਹੈ ਤੇ ਜੇ ਤੂੰ ਇੰਨਾ ਆਪਣੀ ਘਰਵਾਲੀ ਦਾ ਪੁੱਛਦਾ ਹੁੰਦਾ ਤਾਂ ਤੇਰਾ ਘਰ ਵਸ ਜਾਂਦਾ। ਤਾਂ ਉਹ ਮੈਨੂੰ ਕਹਿਣ ਲੱਗਾ, ਪਰ ਹੁਣ ਮੈਂ ਸੁਧਰ ਗਿਆ ਹਾਂ, ਪਰ ਉਹ ਇਸ ਗੱਲ ਨੂੰ ਨਹੀਂ ਮੰਨਦੀ। ਮੈਨੂੰ ਸਮਝ ਲੱਗ ਗਈ ਹੈ ਕਿ ਆਪਣੀ ਘਰਵਾਲੀ ਤੋਂ ਬਿਨਾਂ ਜ਼ਿੰਦਗੀ ਅਧੂਰੀ ਹੈ ਤੇ ਤੁਸੀਂ ਮੈਨੂੰ ਆਪਣੀ ਇੱਕ ਦੋਸਤ ਵਾਂਗ ਲੱਗਦੇ ਹੋ, ਜਿਸ ਨਾਲ ਮੈਂ ਆਪਣੇ ਦਿਲ ਦੀ ਸਾਰੀ ਗੱਲ ਸ਼ੇਅਰ ਕਰਨ ਲਈ, ਇਸ ਕਰਕੇ ਹੁਣ ਆਪਾਂ ਚੰਗੇ ਦੋਸਤ ਹੋਏ। ਉਹ ਮੈਨੂੰ ਆਪਣੀ ਦੋਸਤ ਬਣਾਉਣ ਵਿੱਚ ਬੜੀ ਤੇਜ਼ੀ ਕਰ ਰਿਹਾ ਸੀ। ਉਹ ਡੇਲੀ ਮੈਨੂੰ ਮੈਸੇਜ ਕਰਦਾ ਸੀ ਤੇ ਮੈਨੂੰ ਵੀ ਉਹਦੇ ਨਾਲ ਲਗਾਵ ਜਿਹਾ ਹੋਣ ਲੱਗ ਗਿਆ ਸੀ। ਮੈਂ ਵੀ ਸਵੇਰੇ ਉੱਠ ਕੇ ਪਹਿਲਾਂ ਉਹਦੇ ਮੈਸੇਜ ਵੇਖਦੀ ਸੀ, ਪਰ ਉਹਨੇ ਆਪਣੀ
ਫੋਟੋ ਸ਼ੇਅਰ ਨਹੀਂ ਕੀਤੀ ਸੀ। ਸਾਡੇ ਵਿੱਚ ਗੱਲਬਾਤ ਇੰਨੀ ਵੱਧ ਗਈ ਕਿ ਅਸੀਂ ਇੱਕ ਦੂਜੇ ਨੂੰ ਪਸੰਦ ਕਰਨ ਲੱਗ ਪਏ। ਇੱਕ ਦਿਨ ਮੈਂ ਉਹਨੂੰ ਕਿਹਾ ਕਿ ਤੁਸੀਂ ਤਾਂ ਮੇਰੀ ਸ਼ਕਲ ਤੱਕ ਵੀ ਨਹੀਂ ਦੇਖੀ, ਜੇ ਤੁਸੀਂ ਮੈਨੂੰ ਵੇਖਿਆ ਤੇ ਜੇ ਤੁਹਾਨੂੰ ਮੈਂ ਨਾ ਪਸੰਦ ਆਈ ਤਾਂ ਉਹ ਕਹਿਣ ਲੱਗਾ ਕਿ ਮੈਨੂੰ ਸ਼ਕਲਾਂ ਤੱਕ ਨਹੀਂ, ਮੈਨੂੰ ਅਕਲਾਂ ਤੱਕ ਪਿਆਰ ਹੈ। ਹੁਣ ਮੈਨੂੰ ਅਕਲ ਆ ਗਈ ਹੈ, ਇਸ ਕਰਕੇ ਹੁਣ ਮੈਂ ਸ਼ਕਲ ਨਹੀਂ ਵੇਖਣੀ। ਇਸੇ ਤਰ੍ਹਾਂ ਹੀ ਉਹ ਕਾਫੀ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ। ਕਦੇ ਕਦੇ ਮੈਨੂੰ ਗੋਪੀ ਯਾਦ ਆਉਣ ਲੱਗ ਜਾਂਦਾ ਕਿ ਕਾਸ਼ ਉਹ ਵੀ ਮੇਰੇ ਨਾਲ ਇਦਾਂ ਹੀ ਦੁੱਖ ਸੁੱਖ ਕਰਦਾ ਤਾਂ ਅੱਜ ਅਸੀਂ ਇਕੱਠੇ ਹੋਣਾ ਸੀ। ਮੈਨੂੰ ਉਹਦੀ ਕਈ ਵਾਰ ਯਾਦ ਆ ਜਾਂਦੀ, ਪਰ ਜਿਸ ਤਰ੍ਹਾਂ ਉਹ ਮੇਰੇ ਨਾਲ ਰਹਿੰਦਾ ਸੀ ਉਸ ਹਿਸਾਬ ਦੇ ਨਾਲ ਮੇਰੇ ਦਿਲ ਵਿੱਚ ਉਹਦੇ ਲਈ ਨਫ਼ਰਤ ਵੀ ਆ ਜਾਂਦੀ, ਕਿਉਂਕਿ ਉਹਨੇ ਵੀ ਮੇਰੇ ਨਾਲ ਚੰਗਾ ਨਹੀਂ ਸੀ ਕੀਤਾ। ਇਸੇ ਤਰ੍ਹਾਂ ਇੱਕ ਦਿਨ ਉਹ ਮੁੰਡਾ ਮੈਨੂੰ ਕਹਿਣ ਲੱਗਾ ਕਿ ਮੈਂ ਤੁਹਾਡੇ ਨਾਲ ਫੋਨ ਤੇ ਗੱਲ ਕਰਨੀ ਆ, ਪਰ ਮੈਂ ਅਜੇ ਤੱਕ ਡਰਦੀ ਸੀ। ਚਾਹੇ ਮੈਂ ਉਸ ਨਾਲ ਗੱਲਬਾਤ ਕਰ ਲਈ ਸੀ, ਪਰ ਫਿਰ ਵੀ ਮੇਰੇ ਦਿਲ ਡਰਦਾ ਸੀ ਮੇਰਾ ਕਿ ਸੋਸ਼ਲ ਮੀਡੀਆ ਤੇ ਅਣਜਾਣ ਬੰਦੇ ਨਾਲ ਮੈਂ ਫੋਨ ਤੇ ਗੱਲ ਨਹੀਂ ਕਰ ਸਕਦੀ। ਤੇ ਮੈਂ ਉਹਨੂੰ ਕਿਹਾ ਕਿ ਅਜੇ ਮੇਰਾ ਤਲਾਕ ਹੋਣ ਵਿੱਚ ਥੋੜਾ ਮਹੀਨੇ ਰਹਿ ਗਏ ਆ ਤੇ ਮੇਰੇ ਤਲਾਕ ਹੋਣ ਤੋਂ ਬਾਅਦ ਹੀ ਮੈਂ ਇਸ ਰਿਸ਼ਤੇ ਬਾਰੇ ਕੁਝ ਸੋਚ ਪਾਵਾਂਗੀ। ਤਾਂ ਉਹ ਕਹਿਣ ਲੱਗਾ ਕਿ ਤੁਹਾਨੂੰ ਆਪਣੇ ਪਤੀ ਦੀ ਯਾਦ ਆਉਂਦੀ ਹੈ। ਤਾਂ ਮੈਂ ਉਹਨੂੰ ਦੱਸਿਆ ਕਿ ਮੈਨੂੰ ਉਹਦੀ ਬਹੁਤ ਯਾਦ ਆਉਂਦੀ ਆ, ਪਰ ਉਹਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਅੱਜ ਤਾਂ ਉਹ ਮੇਰੀਆਂ ਮਿੰਨਤਾਂ ਕਰ ਰਿਹਾ ਸੀ, ਪਰ ਮੈਨੂੰ ਪਤਾ ਹੈ ਕੱਲ ਉਹਨੇ ਫਿਰ ਆਪਣੀ ਮਾਂ ਤੇ ਭੈਣ ਦੇ ਪਿੱਛੇ ਲੱਗ ਜਾਣਾ। ਇਸ ਕਰਕੇ ਹੁਣ ਮੈਂ ਉਹਦੇ ਨਾਲ ਤਲਾਕ ਹੀ ਲੈਣਾ। ਤਾਂ ਉਹ ਮੈਨੂੰ ਕਹਿਣ ਲੱਗਾ ਹੋ ਸਕਦਾ ਹੈ ਕਿ ਤੇਰਾ ਘਰ ਵਾਲਾ ਵੀ ਬਦਲ ਗਿਆ ਹੋਵੇ। ਮੈਂ ਕਿਹਾ ਨਹੀਂ ਨਹੀਂ, ਉਹ ਕਦੇ ਨਹੀਂ ਬਦਲ ਸਕਦਾ ਕਿਉਂਕਿ ਉਹ ਆਪਣੇ ਘਰਦਿਆਂ ਤੋਂ ਬਹੁਤ ਡਰਦਾ ਹੈ। ਉਹ ਇੱਕ ਹਮਸਫਰ ਦੀ ਕੀਮਤ ਨਹੀਂ ਸਮਝਦਾ ਸਕਦਾ। ਮੇਰੇ ਘਰ ਵਾਲੇ ਘਰ ਦੇ ਮੈਨੂੰ ਕਹਿਣ ਦਿੰਦੇ ਸੀ ਕਿ ਤੂੰ ਪ੍ਰਾਈਵੇਟ ਪੜ੍ਹ ਲੈ, ਇੱਦਾਂ ਤੇਰਾ ਘਰ ਵਿੱਚ ਕਿਵੇਂ ਟਾਈਮ ਪਾਸ ਹੋਊਗਾ। ਪਰ ਮੇਰਾ ਕਿਸੇ ਚੀਜ਼ ਨੂੰ ਵੀ ਦਿਲ ਨਹੀਂ ਕਰਦਾ ਸੀ ਕਿਉਂਕਿ ਮੈਂ ਪਹਿਲਾਂ ਹੀ ਅੱਕ ਚੁੱਕੀ ਸੀ। ਬਸ ਮੇਰਾ ਦਿਲ ਕਰਦਾ ਸੀ ਕਿ ਮੈਂ ਕਮਰੇ ਵਿੱਚ ਬੈਠੀ ਰਹਾਂ, ਕਿਉਂਕਿ ਜਦੋਂ ਮੈਂ ਘਰੋਂ ਬਾਹਰ ਜਾਂਦੀ ਹਾਂ ਤਾਂ ਲੋਕ ਮੇਰੇ ਵੱਲ ਵੇਖ ਕੇ ਉਹੀ ਕੁੜੀ ਆ ਜਿਹਦਾ ਤਲਾਕ ਦਾ ਕੇਸ ਚੱਲਦਾ ਹੈ। ਇਸ ਤਰ੍ਹਾਂ ਮੈਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੁੰਦੀ ਸੀ ਤੇ ਮੈਂ ਇਹਨਾਂ ਗੱਲਾਂ ਕਰਕੇ ਹੀ ਘਰ ਰਹਿੰਦੀ ਸੀ। ਮੇਰੇ ਘਰ ਦੇ ਡਰਦੇ ਸੀ ਕਿਤੇ ਟੈਨਸ਼ਨ ਵਿੱਚ ਆ ਕੇ ਕੁਝ ਕਰ ਨਾ ਬੈਠੇ। ਇਸੇ ਤਰ੍ਹਾਂ ਟਾਈਮ ਲੰਘੀ ਜਾਂਦਾ ਸੀ। ਇੱਕ ਦਿਨ ਮੈਂ ਉਹ ਮੁੰਡੇ ਨੂੰ ਕਿਹਾ ਕਿ ਤੂੰ ਆਪਣੀ ਫੋਟੋ ਭੇਜ ਦੇ। ਉਸ ਮੁੰਡੇ ਦਾ ਨਾਮ ਸੋਨੀ ਸੀ, ਜਿਸ ਨਾਲ ਮੈਂ ਮੈਸੇਜ ਤੇ ਗੱਲ ਕਰਦੀ ਸੀ। ਤਾਂ ਉਹ ਮੈਨੂੰ ਹਰ ਵਾਰ ਆਪਣੀ ਫੋਟੋ ਭੇਜਣ ਤੋਂ ਮਨਾ ਕਰ ਦਿੰਦਾ ਸੀ। ਉੱਦਾਂ ਮੈਨੂੰ ਕਹਿ ਦਿੰਦਾ ਸੀ ਕਿ ਮੈਂ ਤੇਰੇ ਨਾਲ ਸਾਰੀ ਜ਼ਿੰਦਗੀ ਕੱਟਣੀ ਚਾਹੁੰਦਾ ਹਾਂ। ਮੈਨੂੰ ਕਦੀ ਕਦੀ ਸ਼ੱਕ ਹੋ ਜਾਂਦਾ ਸੀ ਕਿ ਇਹ ਵੀ ਮੇਰੇ ਘਰ ਵਾਲੇ ਵਾਂਗ ਹੀ ਆ, ਇਹਨੇ ਮੇਰੇ ਨਾਲ ਧੋਖਾ ਕਰਨਾ। ਮੈਨੂੰ ਇਸ ਤਰ੍ਹਾਂ ਲੱਗਦਾ ਰਹਿੰਦਾ ਸੀ। ਉਹ ਮੈਨੂੰ ਕਹਿੰਦਾ ਸੀ ਕਿ ਮੈਂ ਤੇਰੇ ਘਰ ਸਿੱਧਾ ਹੀ ਆ ਕੇ ਤੇਰੇ ਘਰਦਿਆਂ ਨਾਲ ਆਪਣੇ ਰਿਸ਼ਤੇ ਬਾਰੇ ਗੱਲ ਕਰ ਲੂੰਗਾ, ਪਰ ਮੈਂ ਉਹਨੂੰ ਕਹਿ ਦਿੰਦੀ ਸੀ ਕਿ ਆਪਾਂ ਇੱਕ ਦੂਜੇ ਨੂੰ ਵੇਖਿਆ ਤੱਕ ਨਹੀਂ। ਇਸ ਤਰ੍ਹਾਂ ਆਪਾਂ ਵਿਆਹ ਦੀ ਗੱਲ ਕਿਵੇਂ ਕਰ ਲਵਾਂਗੇ? ਆਪਾਂ ਪਹਿਲਾਂ ਇੱਕ ਦੂਜੇ ਨੂੰ ਮਿਲਾਂਗੇ, ਫਿਰ ਅਗਲਾ ਡਿਸੀਜਨ ਲਵਾਂਗੇ। ਉਹ ਮੈਨੂੰ ਕਹਿ ਦਿੰਦਾ ਸੀ ਕਿ ਜਦੋਂ ਆਪਾਂ ਇੱਕ ਦੂਜੇ ਨੂੰ ਸੱਚਾ ਪਿਆਰ ਹੀ ਕਰ ਲਿਆ, ਫਿਰ ਸ਼ਕਲਾਂ ਕੀ ਮੈਟਰ ਰੱਖਦੀਆਂ ਨੇ। ਪਰ ਫਿਰ ਵੀ ਮੇਰਾ ਮਨ ਇੱਦਾਂ ਨਹੀਂ ਮੰਨ ਰਿਹਾ ਸੀ। ਮੈਂ ਉਹਨੂੰ ਮਿਲਣਾ ਹੀ ਚਾਹੁੰਦੀ ਸੀ ਜਾਂ ਵੇਖਣਾ ਚਾਹੁੰਦੀ ਸੀ। ਮੈਂ ਖੁਦ ਵੀ ਉਹਨੂੰ ਆਪਣੀ ਸ਼ਕਲ ਕਦੇ ਨਹੀਂ ਦਿਖਾਈ ਸੀ ਕਿਉਂਕਿ ਮੈਂ ਤਾਂ ਇੱਕ ਕੁੜੀ ਸੀ। ਮੈਂ ਇਸ ਤਰ੍ਹਾਂ ਇਹਦੇ ਤੇ ਯਕੀਨ ਨਹੀਂ ਕਰ ਸਕਦੀ ਸੀ। ਉਹ ਇੱਕ ਮੁੰਡਾ ਹੋ ਕੇ ਵੀ ਮੇਰੇ ਤੋਂ ਆਪਣੀ ਸ਼ਕਲ ਲੁਕਾ ਕੇ ਰੱਖਦਾ ਸੀ। ਜਦੋਂ ਵੀ ਅਸੀਂ ਇੱਕ ਦੂਜੇ ਨਾਲ ਮਨ ਤੋਂ ਰਿਸ਼ਤਾ ਬਣਾ ਚੁੱਕੇ ਸੀ, ਹੁਣ ਤਾਂ ਮੈਨੂੰ ਉਹਦੀ ਆਦਤ ਹੀ ਪੈ ਗਈ ਸੀ। ਇੱਕ ਦਿਨ ਵੀ ਗੱਲ ਕਰੇ ਬਿਨਾਂ ਮੇਰੇ ਤੋਂ ਨਹੀਂ ਰਿਹਾ ਜਾਂਦਾ ਸੀ। ਇੱਧਰ ਮੇਰੇ ਘਰਦਿਆਂ ਨੂੰ ਇਹ ਸੀ ਕਿ ਕਦੋਂ ਉਧਰੋਂ ਸਾਡਾ ਤਲਾਕ ਹੋਵੇ ਤੇ ਇਹਦੇ ਲਈ ਹੋਰ ਮੁੰਡਾ ਵੇਖੀਏ। ਮੈਨੂੰ ਆਪਣੇ ਘਰਦਿਆਂ ਤੇ ਬਹੁਤ ਗੁੱਸਾ ਆਉਂਦਾ ਸੀ। ਮੈਂ ਆਪਣੇ ਘਰਦਿਆਂ ਨਾਲ ਇਸ ਗੱਲ ਪਿੱਛੇ ਲੜ ਪੈਂਦੀ ਸੀ ਕਿ ਪਹਿਲਾਂ ਤੁਸੀਂ ਜਲਦੀ ਜਲਦੀ ਮੇਰਾ ਰਿਸ਼ਤਾ ਕਰ ਦਿੱਤਾ, ਹੁਣ ਫਿਰ ਤੁਸੀਂ ਉਹੀ ਕੰਮ ਕਰਨ ਲੱਗੇ ਹੋ। ਤਾਂ ਡੈਡੀ ਕਹਿਣ ਲੱਗੇ ਜਾਂਦੇ, ਅਸੀਂ ਕਿਹੜਾ ਅੱਜ ਹੀ ਕਰੀ ਜਾਂਦੇ ਹਾਂ, ਹੁਣ ਅਸੀਂ ਦੇਖ ਪਰਖ ਕੇ ਰਿਸ਼ਤਾ ਕਰਾਂਗੇ। ਇੱਕ ਦਿਨ ਸੋਨੀ ਮੈਨੂੰ ਜ਼ਿਆਦਾ ਕਹਿਣ ਲੱਗਿਆ ਕਿ ਮੈਂ ਤੁਹਾਡੇ ਘਰ ਰਿਸ਼ਤੇ ਦੀ ਗੱਲ ਕਰਨ ਆਊਂਗਾ। ਤਾਂ ਮੈਨੂੰ ਉਹਨੂੰ ਕਿਹਾ ਪਹਿਲਾਂ ਮੈਂ ਤੈਨੂੰ ਮਿਲਣਾ ਚਾਹੁੰਦੀ ਹਾਂ, ਉਸ ਤੋਂ ਬਾਅਦ ਘਰ ਗੱਲ ਕਰਾਂਗੇ। ਪਰ ਉਹ ਨਾ ਮੰਨਿਆ। ਇੱਕ ਹਫ਼ਤੇ ਤੱਕ ਮੇਰਾ ਤਲਾਕ ਦੀ ਤਰੀਕ ਸੀ, ਜਿਸ ਦਿਨ ਮੇਰਾ ਤਲਾਕ ਹੋਣਾ ਸੀ, ਪਰ ਮੈਂ ਚਾਹੁੰਦੀ ਸੀ ਕਿ ਉਸ ਤੋਂ ਬਾਅਦ ਹੀ ਉਹਨੂੰ ਮਿਲਾਂ। ਪਰ ਸੋਨੀ ਮੈਨੂੰ ਕਹਿ ਦਿੰਦਾ ਸੀ ਕਿ ਮੈਂ ਤੈਨੂੰ ਬਹੁਤ ਜਲਦੀ ਮਿਲਣਾ ਚਾਹੁੰਦਾ। ਮੇਰੀ ਸੋਨੀ ਨਾਲ ਬਹੁਤ ਪਿਆਰ ਪੈ ਗਿਆ ਸੀ। ਮੈਂ ਉਹਦੀ ਗੱਲ ਨਹੀਂ ਟਾਲ ਸਕਦੀ ਸੀ। ਮੈਂ ਹੌਲੀ ਹੌਲੀ ਇੱਕ ਦਿਨ ਆਪਣੀ ਮੰਮੀ ਨਾਲ ਇਹ ਗੱਲ ਕੀਤੀ ਕਿ ਇੱਕ ਮੁੰਡਾ ਨੈੱਟ ਤੇ ਮੈਂ ਜਿਸ ਨਾਲ ਗੱਲ ਕਰਦੀ ਹਾਂ, ਮੈਂ ਉਹਨੂੰ ਪਸੰਦ ਕਰਦੀ ਹਾਂ। ਮੰਮੀ ਕਹਿਣ ਲੱਗੀ ਕਿਹੜੇ ਸ਼ਹਿਰ ਦਾ ਮੁੰਡਾ, ਕੀ ਕਰਦਾ? ਤਾਂ ਮੈਂ ਉਹਨੂੰ ਕਿਹਾ ਕਿ ਮੰਮੀ ਉਹ ਮੁੰਡਾ ਖੇਤੀ ਹੀ ਕਰਦਾ ਹੈ।
ਇਸ ਤਰ੍ਹਾਂ ਹੀ ਮੰਮੀ ਨੇ ਹੌਲੀ-ਹੌਲੀ ਇਹ ਗੱਲ ਡੈਡੀ ਨਾਲ ਕੀਤੀ ਤਾਂ ਡੈਡੀ ਕਹਿਣ ਲੱਗੇ ਚੱਲ ਜੇ ਮੁੰਡਾ ਵਧੀਆ ਹੋਇਆ ਤਾਂ ਆਪਾਂ ਉੱਥੇ ਹੀ ਰਿਸ਼ਤੇ ਬਾਰੇ ਸੋਚ ਲਵਾਂਗੇ। ਪਰ ਪਹਿਲਾਂ ਅਸੀਂ ਮੁੰਡੇ ਨੂੰ ਮਿਲਣਾ ਚਾਹੁੰਦੇ ਹਾਂ। ਤਾਂ ਮੈਂ ਸੋਨੀ ਨੂੰ ਕਹਿ ਦਿੱਤਾ ਕਿ ਤੁਸੀਂ ਮਿਲਣ ਮੇਰੇ ਘਰ ਆ ਜਾਓ। ਸੋਨੀ ਨੇ ਅਗਲੇ ਹੀ ਦਿਨ ਆਉਣ ਦਾ ਪਲਾਨ ਬਣਾ ਲਿਆ। ਅਗਲੇ ਦਿਨ ਉਹ ਮੇਰੇ ਘਰ ਵਾਲਿਆਂ ਨੂੰ ਤੇ ਮੈਨੂੰ ਮਿਲਣ ਲਈ ਆਉਣ ਲੱਗਾ ਸੀ। ਮੇਰਾ ਰਾਤ ਨੂੰ ਟਾਈਮ ਨਹੀਂ ਲੰਘ ਰਿਹਾ ਸੀ। ਮੈਂ ਬਹੁਤ ਐਕਸਾਈਟਡ ਸੀ ਕਿਉਂਕਿ ਅਗਲੇ ਦਿਨ ਮੈਂ ਆਪਣੇ ਪਿਆਰ ਨੂੰ ਮਿਲਣ ਜਾ ਰਹੀ ਸੀ ਤੇ ਮੈਨੂੰ ਪੂਰਾ ਯਕੀਨ ਸੀ ਕਿ ਮੇਰੇ ਘਰਦਿਆਂ ਨੂੰ ਵੀ ਉਹ ਪਸੰਦ ਆ ਜਾਊਗਾ। ਜਦੋਂ ਅਗਲੀ ਸਵੇਰ ਹੋਈ ਤਾਂ ਸੋਨੀ ਨੇ ਮੈਨੂੰ ਕਿਹਾ ਕਿ ਮੈਂ 10 ਵਜੇ ਦੇ ਕਰੀਬ ਤੁਹਾਡੇ ਘਰ ਆ ਜਾਊਂਗਾ। ਮੈਂ ਆਪਣੇ ਘਰ ਦੀ ਲੋਕੇਸ਼ਨ ਉਹਨੂੰ ਭੇਜ ਦਿੱਤੀ। ਸੋਨੀ ਨੇ ਮੇਰੇ ਲਾਗੇ ਪਿੰਡ ਦਾ ਹੀ ਸੀ। ਅਗਲੇ ਦਿਨ ਅਸੀਂ ਉਹਦੇ ਆਉਣ ਦੀ ਤਿਆਰੀ ਕੀਤੀ, ਮਤਲਬ ਅਸੀਂ ਖਾਣਾ ਪੀਣਾ ਕਾਫੀ ਕੁਝ ਖਾ ਲਿਆ ਸੀ, ਕੁਝ ਲਿਆ ਕੇ ਰੱਖਿਆ। ਜਦੋਂ ਉਹ ਸਾਡੇ ਘਰ ਆਇਆ ਤਾਂ ਉਹ ਬਾਈਕ ਤੇ ਹੀ ਆਇਆ ਤੇ ਉਹ ਆਪਣੀ ਬਾਈਕ ਬਾਹਰ ਖੜੀ ਕਰ ਰਿਹਾ ਸੀ ਤਾਂ ਮੈਂ ਵੇਖਿਆ ਕਿ ਉਹਦਾ ਚਿਹਰਾ ਰੁਮਾਲ ਨਾਲ ਢਕਿਆ ਹੋਇਆ ਸੀ। ਮੈਂ ਉਹਨੂੰ ਵੇਖ ਲਿਆ, ਬਹੁਤ ਐਕਸਾਈਟਡ ਸੀ। ਜਦੋਂ ਉਹ ਅੰਦਰ ਆ ਕੇ ਬੈਠ ਗਿਆ ਤੇ ਉਹਨੇ ਆਪਣੇ ਮੂੰਹ ਉੱਪਰੋਂ ਰੁਮਾਲ ਲਾਇਆ ਤਾਂ ਮੈਂ ਉਹਦਾ ਚਿਹਰਾ ਵੇਖ ਕੇ ਹੈਰਾਨ ਰਹਿ ਗਈ। ਮੈਂ ਤਾਂ ਸੁੰਨ ਜਿਹੀ ਹੋ ਗਈ ਕਿ ਮੈਂ ਕੀ ਵੇਖਿਆ ਕਿ ਰੁਮਾਲ ਲਾਉਣ ਤੋਂ ਬਾਅਦ ਪਤਾ ਲੱਗਿਆ ਕਿ ਉਹ ਮੇਰਾ ਘਰ ਵਾਲਾ ਗੋਪੀ ਹੈ। ਮੈਂ ਉਹਨੂੰ ਕਿਹਾ ਤੂੰ ਇੱਥੇ ਕੀ ਕਰ ਰਿਹਾ? ਤਾਂ ਉਹ ਕਹਿੰਦਾ ਉਹ ਨੈਟ ਵਾਲਾ ਮੁੰਡਾ ਮੈਂ ਹੀ ਹਾਂ ਜੋ ਤੇਰੇ ਨਾਲ ਗੱਲ ਕਰਦਾ ਸੀ। ਮੈਂ ਇੰਨਾ ਕਿਹਾ ਇੰਨਾ ਵੱਡਾ ਧੋਖਾ? ਤਾਂ ਉਹ ਕਹਿਣ ਲੱਗਾ ਧੋਖਾ ਨਹੀਂ, ਮੈਂ ਤੈਨੂੰ ਹੋਰ ਕਿਸੇ ਤਰੀਕੇ ਨਾਲ ਨਹੀਂ ਮਨਾ ਸਕਦਾ ਸੀ। ਜੇ ਮੈਂ ਤੇਰੇ ਨਾਲ ਸਿੱਧੀ ਤਰ੍ਹਾਂ ਗੱਲ ਕਰਦਾ ਸੀ ਤਾਂ ਤੂੰ ਨਹੀਂ ਮੰਨਦੀ ਸੀ ਕਿਉਂਕਿ ਮੈਂ ਤੇਰੇ ਨਾਲ ਬਹੁਤ ਧੱਕਾ ਕੀਤਾ ਹੈ। ਇਸ ਕਰਕੇ ਮੈਨੂੰ ਇਹ ਤਰੀਕਾ ਅਪਣਾਉਣਾ ਪਿਆ। ਮੇਰੇ ਘਰ ਦੇ ਵੀ ਇਸ ਗੱਲ ਤੇ ਹੈਰਾਨ ਰਹਿ ਗਏ। ਉਹ ਮੇਰੇ ਕੋਲੋਂ ਮਾਫੀ ਮੰਗਣ ਲੱਗਾ ਤੇ ਕਹਿਣ ਲੱਗਾ ਕਿ ਮੈਨੂੰ ਮਾਫ ਕਰ ਦੇ, ਮੇਰੇ ਕੋਲੋਂ ਗਲਤੀ ਹੋ ਗਈ ਹੈ। ਮੈਂ ਤੇਰੇ ਨਾਲ ਸਾਰੀ ਜ਼ਿੰਦਗੀ ਰਹਿਣਾ ਚਾਹੁੰਦਾ ਤੇ ਮੈਨੂੰ ਉਹਦੇ ਨਾਲ ਇੰਨਾ ਮੋਹ ਹੋ ਚੁੱਕਿਆ ਸੀ ਕਿ ਮੈਂ ਉਹਨੂੰ ਛੱਡ ਨਹੀਂ ਸਕਦੀ ਸੀ। ਸ਼ਾਇਦ ਕੋਈ ਹੋਰ ਸਮਝ ਕੇ ਹੀ ਸਹੀ, ਪਰ ਮੈਂ ਉਹਨੂੰ ਪਿਆਰ ਕਰ ਬੈਠੀ ਸੀ। ਉਹ ਮੈਨੂੰ ਕਹਿਣ ਲੱਗਾ ਕਿ ਜਦੋਂ ਮਰਜ਼ੀ ਹੋ ਜੇ ਮੈਂ ਤੇਰਾ ਹੱਥ ਨਹੀਂ ਛੱਡਣਾ। ਇਸੇ ਤਰ੍ਹਾਂ ਉਹਨੇ ਮੇਰੇ ਘਰਦਿਆਂ ਨੂੰ ਵੀ ਤਸੱਲੀ ਦਿੱਤੀ ਕਿ ਤੁਸੀਂ ਬੇਫਿਕਰ ਹੋ ਕੇ ਉਹਨੂੰ ਮੇਰੇ ਨਾਲ ਤੋਰ ਦਿਓ। ਮੈਂ ਤਲਾਕ ਲੈਣਾ, ਬੇਸ਼ੱਕ ਉੱਥੇ ਮੈਂ ਉਹਦੀ ਕਦਰ ਨਹੀਂ ਕੀਤੀ, ਪਰ ਇਹਦੀ ਜਾਣ ਪਿੱਛੋਂ ਮੈਨੂੰ ਬਹੁਤ ਇਕੱਲਾਪਨ ਮਹਿਸੂਸ ਹੋਇਆ। ਮੈਨੂੰ ਅਹਿਸਾਸ ਹੋਇਆ ਕਿ ਮੈਂ ਇਹਦੇ ਬਿਨਾਂ ਕੁਝ ਵੀ ਨਹੀਂ। ਤਾਂ ਮੇਰੇ ਡੈਡੀ ਮੈਨੂੰ ਕਹਿਣ ਲੱਗੇ ਕਿ ਫੈਸਲਾ ਹੁਣ ਤੇਰਾ, ਜੋ ਤੂੰ ਚਾਹੇਂਗੀ ਅਸੀਂ ਤੇਰੇ ਨਾਲ ਹੈ। ਮੇਰਾ ਦਿਲ ਕਹਿ ਰਿਹਾ ਸੀ ਕਿ ਮੈਨੂੰ ਉਹਨਾਂ ਨੂੰ ਇੱਕ ਮੌਕਾ ਦੇਣਾ ਚਾਹੀਦਾ ਹੈ ਕਿਉਂਕਿ ਸਾਡੀ ਫੋਨ ਤੇ ਅੰਡਰਸਟੈਂਡਿੰਗ ਬਹੁਤ ਹੋ ਚੁੱਕੀ ਸੀ। ਹੁਣ ਉਹ ਪਹਿਲਾਂ ਵਾਂਗ ਵੀ ਨਹੀਂ ਰਿਹਾ ਸੀ। ਉਹ ਗੱਲਾਂ ਬਹੁਤ ਸਿਆਣੀਆਂ ਕਰਦਾ ਸੀ। ਮੈਨੂੰ ਕਹਿਣ ਲੱਗਾ ਜਲਦੀ ਹੀ ਮੈਂ ਆਪਣੀ ਭੈਣ ਦਾ ਵਿਆਹ ਕਰ ਦਊਂਗਾ। ਮੈਂ ਆਪਣੀ ਮੰਮੀ ਨੂੰ ਵੀ ਸਮਝਾ ਦਊਂਗਾ ਕਿ ਜੇ ਤਾਂ ਉਹ ਸਹੀ ਢੰਗ ਨਾਲ ਤੇਰੇ ਨਾਲ ਰਹਿਣਗੇ ਤਾਂ ਠੀਕ ਹੈ, ਨਹੀਂ ਤਾਂ ਫਿਰ ਆਪਾਂ ਅਲੱਗ ਰਵਾਂਗੇ। ਇਸੇ ਤਰ੍ਹਾਂ ਹੀ ਮੈਂ ਉਹਨਾਂ ਨੂੰ ਮੌਕਾ ਦੇ ਦਿੱਤਾ ਤੇ ਸਾਰਿਆਂ ਦੀ ਰਜ਼ਾਮੰਦੀ ਨਾਲ ਮੈਂ ਉਹਨਾਂ ਦੇ ਘਰ ਵਾਪਸ ਚਲੀ ਗਈ। ਉਹਦੇ ਘਰ ਦੇ ਮੈਨੂੰ ਵੇਖ ਕੇ ਹੈਰਾਨ ਰਹਿ ਗਏ ਤੇ ਮੇਰੀ ਸੱਸ ਮੈਨੂੰ ਬੋਲਣ ਲੱਗੀ ਤੂੰ ਹੁਣ ਇੱਥੇ ਕੀ ਕਰਨ ਆਈ ਆ? ਹੁਣ ਲੱਗਾ ਕਿ ਮੈਂ ਖੁਦ ਆਈ ਆ। ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਗੋਪੀ ਮੈਨੂੰ ਆਪ ਜਾ ਕੇ ਲੈ ਕੇ ਆਇਆ। ਤਾਂ ਗੋਪੀ ਨੇ ਸਾਫ਼-ਸਾਫ਼ ਬੈਠ ਕੇ ਗੱਲ ਕਰ ਲਈ ਕਿ ਜੇਕਰ ਤੁਸੀਂ ਇਹਦੇ ਨਾਲ ਸਹੀ ਢੰਗ ਨਾਲ ਰਹੋਗੇ ਤਾਂ ਠੀਕ ਹੈ, ਨਹੀਂ ਤਾਂ ਫਿਰ ਅਸੀਂ ਅਲੱਗ ਰਹਿਣ ਲੱਗ ਜਾਵਾਂਗੇ। ਇੰਨੀਆਂ ਗੱਲਾਂ ਸੁਣ ਕੇ ਮੇਰੀ ਸੱਸ ਦੀ ਤਾਂ ਬੋਲਤੀ ਹੀ ਬਦਲ ਗਈ। ਉਹ ਕਹਿਣ ਲੱਗੀ ਕਿ ਨਹੀਂ ਨਹੀਂ ਪੁੱਤ, ਜਿੱਦਾਂ ਤੂੰ ਖੁਸ਼ ਆ ਅਸੀਂ ਉੱਦਾਂ ਹੀ ਖੁਸ਼ ਹਾਂ। ਗੋਪੀ ਨੇ ਕਹਿ ਦਿੱਤਾ ਕਿ ਪਹਿਲਾਂ ਤੁਸੀਂ ਮੇਰੇ ਘਰ ਖਰਾਬ ਕਰ ਦਿੱਤਾ, ਹੁਣ ਮੈਂ ਇੱਦਾਂ ਨਹੀਂ ਹੋਣ ਦੇਣਾ। ਹੁਣ ਸਾਡੇ ਵਿੱਚ ਇੰਨਾ ਪਿਆਰ ਪੈ ਗਿਆ ਕਿ ਅਸੀਂ ਇੱਕ ਦੂਜੇ ਬਿਨਾਂ ਨਹੀਂ ਰਹਿ ਸਕਦੇ। ਜਿਹੜੇ ਉਹ 6 ਮਹੀਨਿਆਂ ਦਾ ਗੈਪ ਸਾਡੇ ਵਿੱਚ ਪੈ ਗਿਆ ਉਹਨੇ ਸਾਡੇ ਦਿਲਾਂ ਦੀਆਂ ਤਾਰਾਂ ਨੂੰ ਤੋੜ ਦਿੱਤਾ ਤੇ ਗੋਪੀ ਨੂੰ ਇੱਕਦਮ ਹੀ ਬਦਲ ਦਿੱਤਾ। ਹੁਣ ਅਸੀਂ ਖੁਸ਼ੀ-ਖੁਸ਼ੀ ਆਪਣੇ ਘਰ ਰਹਿ ਰਹੇ ਹਾਂ ਤੇ ਮੇਰੀ ਸੱਸ ਵੀ ਮੈਨੂੰ ਕੁਝ ਨਹੀਂ ਕਹਿੰਦੀ। ਮੈਂ ਵੀ ਉਹਨਾਂ ਦੀ ਪੂਰੀ ਇੱਜ਼ਤ ਕਰਦੀ ਹਾਂ ਤੇ ਮੇਰੇ ਨਾਨ ਦਾ ਵਿਆਹ ਕਰ ਦਿੱਤਾ। ਜੇਕਰ ਗੋਪੀ ਪਹਿਲਾਂ ਹੀ ਗਲਤ ਦੇ ਖਿਲਾਫ ਆਵਾਜ਼ ਚੁੱਕ ਲੈਂਦਾ ਤਾਂ ਸ਼ਾਇਦ ਸਾਡੀ ਤਲਾਕ ਤੱਕ ਗੱਲ ਹੀ ਨਾ ਪਹੁੰਚਦੀ ਸੀ। ਫਿਰ ਵੀ ਉਹਨੇ ਟਾਈਮ ਸਿਰ ਆਪਣੀ ਗਲਤੀ ਸੁਧਾਰ ਲਈ।